ਇਹ ਸ਼ਬਦ ਗੁਰਮੁਖ ਪਿਆਰਿਆਂ ਨੇ ਗੁਰਪਾਂ ਅੰਦਰ ਪਾ ਦਿੱਤਾ ਹੈ। ਬਨਸਪਤੀ ਮੌਲੀ ਚੜ੍ਹਿਆ ਬਸੰਤ, ਇਹ ਮਨ ਮੌਲਿਆ ਸਤਿਗੁਰ ਸੰਗ। ਤੁਮ ਸਾਚ ਧਿਆਵੋ ਮੁਗਧ ਮਨਾ, ਤਾਂ ਸੁਖ ਪਾਵੋ ਮੇਰੇ ਮਨਾ ਰਹਾਉ। ਇਹੋ ਇਤ ਮਨ ਮੌਲੀਐ ਭਇਆ ਆਨੰਦ, ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ। ਏਕੋ ਏਕ ਸਭ ਆਖ ਵਖਾਣੈ, ਹੁਕਮ ਬੂਝੈ ਤਾਂ ਏਕੋ ਜਾਣੈ। ਕਹਿਤ ਨਾਨਕ ਹਉਮੈ ਕਹੈ ਨਾ ਕੋਈ, ਆਖਣ ਵੇਖਣ ਸਭ ਸਾਹਿਬ ਤੇ ਹੋਏ। ਇਹ ਸ਼ਬਦ ਪੜ੍ਹ ਲੈਣਾ ਤੇ ਸਿਖਾਲਾ ਹੈ ਹੀ, ਪਰ ਬਹੁਤਿਆਂ ਨੂੰ ਇਹ ਖਿਆਲ ਵੀ ਹੁੰਦਾ ਹੈ ਵੀ ਇਹ ਸ਼ਬਦ ਸਮਝ ਲੈਣਾ ਵੀ ਬੜਾ ਸਿਖਾਲਾ ਹੈ, ਕਿਉਂਕਿ ਸਿੱਧੇ ਸਾਦੇ ਅਲਫਾਜ਼ ਹਨ। ਤੇ ਜਿਹੜੇ ਥੋੜ੍ਹੇ ਜਿਹੇ ਸ਼ਬਦਾਂ ਦੇ ਪਰਿਚਿਤ ਹਨ, ਵਿਚਾਰਕ ਹਨ, ਉਹ ਸੋਚ ਲੈਂਦੇ ਹਨ ਵੀ ਅਸੀਂ ਸਮਝ ਲਿਆ ਹੈ, ਸਾਨੂੰ ਸ਼ਬਦਾਂ ਦੇ ਅਰਥਾਂ ਦਾ ਪਤਾ ਲੱਗ ਗਿਆ। ਅਰਥ ਤਾਂ ਠੀਕ ਹੀ ਹਨ, ਸਾਫ਼ ਪਤਾ ਲੱਗ ਜਾਂਦਾ ਹੈ, ਬੁੱਧੀ ਦੇ ਤਲ 'ਤੇ ਸਮਝ ਵਿੱਚ ਆ ਜਾਂਦੀ ਹੈ ਗੱਲ। ਪਰ ਵਾਸਤਵਿਕ ਦੇ ਵਿੱਚ ਨਾ ਇਹ ਜਿਹੜੇ ਸ਼ਬਦ ਹਨ ਐਸੇ, ਜਿੰਨੇ ਸਿਖਾਲੇ ਹੁੰਦੇ ਹਨ, ਓਨੇ ਹੀ ਸਮਝਣੇ ਕਠਿਨ ਹੁੰਦੇ ਹਨ। ਫਿਰ ਦੂਸਰੀ ਗੱਲ ਇਹ ਵੀ ਇਹ ਜਿਹੜੇ ਉਪਦੇਸ਼ ਹਨ, ਇਹ ਬੁੱਧੀ ਦੇ ਤਲ ਤੋਂ ਨਹੀਂ ਆਏ ਹੋਏ ਹਨ। ਹੁਣ ਜਿਹੜੀ ਗੱਲ ਬੁੱਧੀ ਦੇ ਤਲ ਤੋਂ ਆਈ ਨਹੀਂ, ਉਹਨੂੰ ਦੀ ਤੁਸੀਂ ਬੁੱਧੀ ਦੇ ਤਲ 'ਤੇ ਥੋੜ੍ਹੀ ਸਮਝੋਗੇ। ਇਹ ਉਪਦੇਸ਼ ਸਤਿਗੁਰਾਂ ਨੇ ਕੋਈ ਵਿਚਾਰ ਕੇ ਸੋਚ ਕੇ ਥੋੜ੍ਹੀ ਲਿਖੇ ਹਨ। ਉਹ ਵਿਚਾਰਕ ਥੋੜ੍ਹੀ ਸਨ ਵੀ ਗ੍ਰੰਥ ਪੜ੍ਹ ਕੇ, ਸ਼ਾਸਤਰ ਪੜ੍ਹ ਕੇ, ਵਿਚਾਰ ਕਰ ਕੇ, ਅਰਥ ਕਰ ਕੇ ਉਹ ਸ਼ਬਦ ਲਿਖਦੇ ਸਨ। ਨਹੀਂ, ਉਹਨਾਂ ਨੂੰ ਤਾਂ ਸਹਿਜ ਸੁਭਾਅ ਹੀ ਆ ਰਿਹਾ ਸੀ। ਉਹਨਾਂ ਦਾ ਆਖਣਾ ਵੇਖਣਾ ਸਾਹਿਬ 'ਤੇ ਹੋ ਰਿਹਾ ਸੀ। ਉਹ ਸੋਚ ਨਹੀਂ ਸੀ ਰਹੇ, ਇਹ ਸੋਚ ਤੋਂ ਪਾਰ ਦੀ ਗੱਲ ਹੈ। ਇਸ ਕਰਕੇ ਅਧਿਆਤਮਿਕ ਉਪਦੇਸ਼ਾਂ ਨੂੰ ਸਮਝ ਦੇ ਤਲ 'ਤੇ ਕੋਈ ਨਹੀਂ ਸਮਝ ਸਕਦਾ, ਭਾਵੇਂ ਕੋਈ ਲੱਖ ਯਤਨ ਕਰ ਲਵੇ। ਕੁਛ ਐਸੇ ਉਪਦੇਸ਼ ਹਨ ਜਿਹੜੇ ਬੁੱਧੀ ਤੋਂ ਪਾਰ ਤੋਂ ਆਏ ਹੋਏ ਹਨ, ਉਹਨਾਂ ਨੂੰ ਕੋਈ ਵੀ ਸਮਝਦਾਰ, ਕਿੰਨੀ ਵੀ ਸਮਝ ਰੱਖਣ ਵਾਲਾ ਨਹੀਂ ਸਮਝ ਸਕਦਾ। ਪਰ ਖਿਆਲ ਕਰਦੇ ਹਨ ਬਹੁਤੇ ਜਿਹੜੇ ਪੜ੍ਹੇ ਲਿਖੇ ਵਿਦਵਾਨ ਹਨ, ਪੰਡਿਤ ਹਨ, ਸਮਝਦਾਰ ਹਨ, ਇਹ ਸਮਝ ਹੀ ਲਿਆ। ਸਿੱਧੀ ਜਿਹੀ ਗੱਲ ਹੈ। ਤੁਸੀਂ ਹੁਣ ਸੁਣੋਗੇ, ਤੁਹਾਨੂੰ ਵੀ ਖਿਆਲ ਵਿੱਚ ਆ ਹੀ ਗਈ ਹੋਣੀ ਪੜ੍ਹ ਕੇ ਹੀ ਉਹ ਸ਼ਬਦ ਨੂੰ ਵੀ ਕੀ ਕਿਹਾ ਹੈ। ਪਰ ਸਮਝ ਦੇ ਤਲ 'ਤੇ ਜਿਹੜੀ ਤੁਸੀਂ ਗੱਲ ਸਮਝ ਰਹੇ ਹੋ, ਉਹ ਹੈ ਹੀ ਨਹੀਂ ਇੱਥੇ। ਇਹ ਸਮਝ ਦੇ ਤਲ 'ਤੇ ਕਿਵੇਂ ਸਮਝੋਗੇ, ਜਿਹੜੀ ਸਮਝ ਦੇ ਤਲ 'ਤੇ ਕਹੀ ਨਹੀਂ ਗਈ। ਤੇ ਜਿਹੜਾ ਕਹਿਣ ਵਾਲਾ ਹੈ ਨਾ, ਉਹ ਸੋਚ ਕੇ, ਵਿਚਾਰ ਕੇ ਨਹੀਂ ਕਹਿੰਦਾ ਹੈ।
ਤੇ ਜਿਹੜਾ ਸੋਚ ਵਿਚਾਰ ਕੇ ਕਹਿ ਰਿਹਾ ਹੈ ਨਾ, ਉਹ ਤੇ ਵਿਚਾਰਕ ਹੈ, ਪ੍ਰਚਾਰਕ ਹੈ, ਪੰਡਿਤ ਹੈ। ਉਹ ਸਮਝ ਦੇ ਤਲ ਤੇ ਹੀ ਸੋਚਿਆ ਜਾਂਦਾ ਹੈ ਨਾ। ਸੋਚ ਵਿਚਾਰ ਹੀ ਸਮਝ ਦੇ ਤਲ ਤੇ ਹੁੰਦੀ। ਤੁਸੀਂ ਕੋਈ ਵੀ ਗੱਲ ਐਸੀ ਥੋੜ੍ਹੀ ਕਹਿੰਦੇ ਹੋ ਵੀ ਬਿਨਾਂ ਸੋਚੇ ਸਮਝੇ। ਜ਼ਿਆਦਾ ਸੰਸਾਰੀ ਲੋਕ ਇਹੋ ਹੀ ਸਮਝਾਉਂਦੇ ਹਨ ਵੀ ਕੋਈ ਵੀ ਗੱਲ ਕਰਨੀ ਹੋਵੇ ਨਾ, ਸੋਚ ਸਮਝ ਕੇ ਕਰੀ ਦੀ। ਦੇਖੋ ਤੁਸੀਂ ਬੱਚਿਆਂ ਨੂੰ ਵੀ ਸਮਝਾਉਂਦੇ ਹੋ ਨਾ ਅਕਸਰ, ਵੀ ਗੱਲ ਜਿਹੜੀ ਨਾ ਕੋਈ ਵੀ ਕਰਨੀ ਚੰਗੀ ਤਰ੍ਹਾਂ ਸੋਚ ਸਮਝ ਕੇ ਕਰਨੀ, ਬਿਨਾਂ ਸੋਚੇ ਨਹੀਂ ਕਰਨੀ। ਦੇਖੋ ਇੱਥੇ ਉਲਟਾ ਕੰਮ ਹੋ ਜਾਂਦਾ ਅਧਿਆਤਮ 'ਚ। ਇੱਥੇ ਇਹ ਕਿਹਾ ਜਾਂਦਾ ਹੈ ਬਿਨਾਂ ਸੋਚੇ ਸਮਝੇ ਜਿਹੜੀ ਗੱਲ ਤੁਸੀਂ ਕਰੋਗੇ ਨਾ, ਉਹ ਤੁਹਾਡੀ ਨਹੀਂ ਹੈ। ਕਿਉਂਕਿ ਬਿਨਾਂ ਸੋਚੇ ਸਮਝੇ ਆਈ ਹੈ। ਤੁਹਾਡੀ ਤੇ ਹੋ ਨਹੀਂ ਸਕਦੀ। ਇਸੇ ਕਾਰਨ ਹੀ ਬਹੁਤੇ ਜਿਹੜੇ ਸਿੱਧੇ ਸਾਦੇ ਲੋਕ ਹਨ ਨਾ, ਉਹਨਾਂ ਕੋਲ ਲੋਕ ਪੁੱਛਦੇ ਰਹਿੰਦੇ ਹਨ। ਕੋਈ ਗੱਲ ਪੁੱਛਣੀ ਹੋਵੇ ਨਾ ਭਵਿੱਖ ਦੀ, ਤਾਂ ਉਹਨਾਂ ਕੋਲ ਪੁੱਛ ਲੈਂਦੇ ਹਨ। ਤਾਂ ਉਹ ਸਿੱਧੇ ਸਾਦੇ ਕਈ ਵਾਰ ਸਹਿਜ ਸੁਭਾਏ ਬੋਲ ਜਾਂਦੇ ਹਨ, ਤਾਂ ਉਹ ਗੱਲ ਠੀਕ ਹੋ ਜਾਂਦੀ ਉਹਨਾਂ ਦੀ। ਉਹ ਸੋਚਦੇ ਹਨ ਵੀ ਇਹ ਬੜਾ ਅੰਤਰਜਾਮੀ ਹੈ। ਦੇਖੋ ਜੋ ਬੋਲਦਾ ਹੈ ਉਹ ਸੱਚ ਹੋ ਜਾਂਦਾ ਹੈ। ਪਰ ਅਕਸਰ ਜ਼ਿਆਦਾਤਰ ਸਿੱਧੇ ਸਾਦੇ ਲੋਕ ਹੁੰਦੇ ਹਨ, ਕਿਉਂਕਿ ਉਹ ਸੋਚ ਕੇ ਨਹੀਂ ਬੋਲ ਰਹੇ ਹੁੰਦੇ। ਬਿਨਾਂ ਸੋਚੇ ਬੋਲ ਦਿੱਤਾ ਨਾ, ਉਹ ਹੋ ਜਾਂਦਾ, ਉਹ ਨੈਚੁਰਲ ਹੁੰਦਾ ਹੈ, ਪ੍ਰਕਿਰਤੀ ਦੁਆਰਾ ਆਇਆ ਹੋਇਆ ਜਾਂ ਪਰਮਾਤਮਾ ਦੁਆਰਾ ਕਹਿ ਲਓ। ਅਤੇ ਛੋਟੇ ਬੱਚੇ ਵੀ ਕਈ ਵਾਰ ਬੋਲ ਦਿੰਦੇ ਹਨ ਬਿਨਾਂ ਸੋਚੇ ਕੋਈ, ਤਾਂ ਹੋ ਜਾਂਦਾ। ਅਤੇ ਬਿਨਾਂ ਸੋਚੇ ਜਿਹੜਾ ਬੋਲਦਾ ਹੈ ਕਈ ਦਫਾ ਵੈਸਾ ਹੋ ਜਾਂਦਾ ਹੈ। ਤੁਹਾਡੇ ਕੋਲ ਵੀ ਵੈਸਾ ਹੋ ਜਾਂਦਾ ਹੈ ਕਈ ਵਾਰ। ਤੁਸੀਂ ਨਹੀਂ ਸੋਚ ਰਹੇ ਹੁੰਦੇ ਤਾਂ ਕੋਈ ਗੱਲ ਨਿਕਲ ਜਾਂਦੀ ਅਤੇ ਪੂਰੀ ਹੋ ਜਾਂਦੀ। ਬਾਅਦ 'ਚ ਖਿਆਲ ਆਉਂਦਾ ਹੈ। ਅਤੇ ਜਿਹੜਾ ਸੋਚ ਵਿਚਾਰ ਕੇ ਬੋਲ ਰਿਹਾ ਹੈ, ਤਾਂ ਉਹ ਤਾਂ ਸੋਚ ਵਿਚਾਰ ਤੋਂ ਹੀ ਆਇਆ ਹੋਇਆ ਹੈ ਨਾ। ਅਤੇ ਜਿਹੜੇ ਸੋਚ ਵਿਚਾਰ ਕੇ ਨਹੀਂ ਬੋਲ ਰਹੇ ਹਨ, ਉਹਨਾਂ ਦਾ ਸੋਚ ਵਿਚਾਰ ਤੋਂ ਨਹੀਂ ਆਇਆ ਹੋਇਆ। ਇਸੇ ਕਰਕੇ ਹੀ ਉਹਨਾਂ ਨੇ ਕਿਹਾ ਹੈ, ਮੈਂ ਆਪੋ ਹੂੰ ਬੋਲਣਾ ਜਾਣਦਾ, ਕਹਿਆ ਸੋ ਹੁਕਮ ਆਉ। ਜੋ ਹੁਕਮ ਆਇਆ ਉਹ ਬੋਲਿਆ ਗਿਆ। ਮੈਂ ਬੋਲਣਾ ਥੋੜ੍ਹੀ ਜਾਣਦਾ। ਬੋਲਣਾ ਜਾਣਦੇ ਹੀ ਨਹੀਂ ਹਨ। ਉਹਨਾਂ ਕੋਲ ਪਰਮਾਤਮਾ, ਉਹਨਾਂ ਦੁਆਰਾ ਪਰਮਾਤਮਾ ਬੋਲਦਾ। ਤੋ ਸਹਿਜ ਸੁਭਾਏ ਆਪਣੇ ਸਰੀਰ ਨੂੰ ਉਹਦੇ ਹਵਾਲੇ ਕਰ ਦਿੰਦੇ ਹਨ ਵੀ ਜੋ ਬੋਲਣਾ ਹੈ ਤੂੰ ਬੋਲ ਦੇ। ਆਖਣ ਵੇਖਣ ਸਾਹਿਬ ਤੇ ਉਹਨਾਂ ਦਾ ਆਖਣਾ ਵੇਖਣਾ ਸਾਹਿਬ ਤੋਂ ਹੁੰਦਾ ਹੈ। ਦੇਖੋ ਉਹਨਾਂ ਦਾ ਆਖਣਾ ਤੇ ਵੇਖਣਾ ਸਾਹਿਬ ਤੋਂ ਹੁੰਦਾ ਹੈ, ਕਿਉਂਕਿ ਉਹ ਵਿਚਾਰ ਵਿਚਾਰ ਕੇ ਨਹੀਂ, ਸੋਚ ਸੋਚ ਕੇ ਨਹੀਂ ਬੋਲਦੇ। ਜਿਹੜੀ ਸੋਚ ਤੋਂ ਪਾਰ ਤੋਂ ਗੱਲ ਆਈ ਹੈ ਨਾ, ਉਹ ਤੁਸੀਂ ਬੌਧਿਕ ਤਲ 'ਤੇ ਸਮਝ ਨਹੀਂ ਸਕਦੇ। ਪਰ ਬਹੁਤੇ ਧਾਰਮਿਕ ਲੋਕ ਇਉਂ ਖਿਆਲ ਕਰਦੇ ਹਨ ਸਮਝ ਲਈ, ਤੋ ਸਮਝ ਦੇ ਤਲ 'ਤੇ ਸੋਚਦੇ ਰਹਿੰਦੇ ਹਨ ਅਤੇ ਜੀਵਨ ਨਿਕਲਦਾ ਰਹਿੰਦਾ ਹੈ। ਪਰ ਉਹ ਜੀਵਨ ਤੋਂ ਹਾਰ ਕੇ ਜਾਂਦੇ ਹਨ। ਗੁਰਮੁਖ ਜਿੱਤ ਕੇ ਜਾਂਦਾ ਹੈ, ਕਿਉਂਕਿ ਗੁਰਮੁਖ
ਜਾਣਦਾ ਹੈ ਵੀ ਮੈਂ ਸਮਝ ਨਹੀਂ ਸਕਦਾ, ਇਸ ਕਾਰਨ ਉਹ ਆਪਣੀ ਸਮਝ ਨੂੰ ਸਤਿਗੁਰੂ ਦੇ ਅੱਗੋਂ ਸਮਰਪਿਤ ਕਰ ਦਿੰਦਾ ਹੈ। ਇਹ ਮਨ ਮੌਲਿਆ ਸਤਿਗੁਰ ਸੰਗ। ਉਹ ਜਦੋਂ ਸਮਰਪਿਤ ਕਰ ਦਿੱਤੇ ਤਾਂ ਉਹਦਾ ਮਨ ਫਿਰ ਮੌਲਿਆ ਜਾਂਦਾ। ਜਿਵੇਂ ਵਨਸਪਤੀ ਮੌਲਦੀ ਹੈ ਨਾ, ਆ ਬਸੰਤ ਸ਼ੁਰੂ ਹੋਈ ਅਤੇ ਵਨਸਪਤੀ ਦੇ ਮੌਲਣ ਦੇ ਦਿਨ ਆ ਗਏ ਹਨ। ਫੁੱਲੇਗੀ, ਫਲੇਗੀ। ਦੇਖੋ, ਇੱਕ ਉਮੰਗ, ਇੱਕ ਤਰੰਗ ਵਨਸਪਤੀ ਦੇ ਵਿੱਚ। ਇੱਦਾਂ ਹੀ ਸਤਿਗੁਰ ਸੰਗ। ਸਤਿਗੁਰ ਸੰਗ ਕਿਉਂ ਮੌਲਦਾ ਹੈ ਮਨ? ਕਿਉਂਕਿ ਜਿਹਦੇ ਸੰਗ ਰਹਿੰਦਾ ਹੈ ਉਹਦਾ ਮਨ ਮੌਲਿਆ ਹੋਇਆ ਹੈ, ਖੜਿਆ ਹੋਇਆ ਹੈ। ਕਹਿ ਲਈ ਸਹਸਰ ਦਲ ਕਵਲ। ਇਉਂ ਕਹਿ ਲਓ ਵੀ ਉਹ ਨਿਰਵਿਚਾਰ ਹੋਇਆ ਹੈ। ਉਹ ਸੋਚ ਵਿਚਾਰ ਤੋਂ ਪਾਰ ਗਿਆ ਹੋਇਆ ਹੈ। ਤੇ ਉਹਦੇ ਸੰਗ ਰਹਿਣ ਕਰਕੇ ਵੀ ਜਿਹੜਾ ਰਹਿੰਦਾ ਹੈ ਨਾ ਸੰਗ, ਕੋਲ ਰਹਿਣਾ ਅਲੱਗਾ ਗੱਲ ਹੈ। ਕੋਲ ਤੇ ਕੋਈ ਵੀ ਰਹਿ ਸਕਦਾ ਹੈ, ਪਰ ਜਿਹੜਾ ਸੰਗ ਰਹਿੰਦਾ ਹੈ ਤੇ ਜੈਸੇ ਦੇ ਸੰਗ ਰਹਿੰਦਾ ਹੈ ਵੈਸਾ ਹੀ ਹੋਣਾ ਸ਼ੁਰੂ ਹੋ ਜਾਂਦਾ। ਕਹਿੰਦੇ ਨੇ ਰੰਗ ਲਾਗਤ ਲਾਗਤ ਲਾਗਤ, ਭਰਮ ਭਾਗਤ ਭਾਗਤ ਭਾਗਤ। ਰੰਗ ਲੱਗਦਾ ਹੈ ਨਾ, ਜੈਸੇ ਦੇ ਸੰਗ ਤੁਸੀਂ ਰਹੋਗੇ ਤੇ ਫਿਰ ਖਿਆਲ ਵਿੱਚ ਰੱਖਣਾ, ਸਾਥ ਰਹਿਣਾ, ਕੋਲ ਰਹਿਣਾ। ਤੇ ਬਹੁਤੇ ਰਹਿੰਦੇ ਹਨ ਪਰ ਉਹ ਸੰਗੀ ਨਹੀਂ ਹੈ। ਸੰਗ ਦਾ ਅਰਥ ਹੁੰਦਾ ਹੈ ਭਾਵਨਾ ਕਰਕੇ, ਪ੍ਰੇਮ ਕਰਕੇ। ਜਿਹੜਾ ਸੰਗ ਰਹਿੰਦਾ ਹਰ ਵਕਤ ਖਿਆਲ ਰੱਖਦਾ ਹੈ, ਜੋ ਬੋਲਦੇ ਹਨ ਉਸੇ ਵੇਲੇ ਹੀ ਉਹਨਾਂ ਨੂੰ ਹਿਰਦੇ 'ਚ ਵਸਾਉਂਦਾ ਹੈ। ਅਤੇ ਧੀਰੇ ਧੀਰੇ ਸੰਗ ਹੁੰਦੇ ਹੁੰਦੇ ਵੈਸਾ ਹੀ ਸੰਗੀ ਹੋ ਜਾਂਦਾ ਹੈ ਜੈਸਾ ਉਹਨਾਂ ਦਾ ਸੰਗ ਹੈ। ਇਸ ਕਰਕੇ ਹੀ ਗੁਰਮੁਖ ਪਿਆਰਿਆਂ ਦਾ ਸਹਿਜੇ ਹੀ ਮਨ ਮੌਲਿਆ ਜਾਂਦਾ ਹੈ। ਸਤਿਗੁਰ ਸੰਗ। ਦੇਖੋ, ਉਹਨਾਂ ਦਾ ਸੰਗ ਜਦੋਂ ਮਿਲ ਜਾਂਦਾ ਹੈ ਨਾ ਫਿਰ ਵੈਸਾ ਹੀ ਹੋ ਜਾਂਦਾ ਹੈ। ਇਸੇ ਕਰਕੇ ਕਹਿੰਦੇ ਹਨ ਉਹ ਆਪਣਾ ਜਿਹਾ ਹੀ ਕਰ ਲੈਂਦੇ, ਪਾਰਸ ਪਾਰਸ ਵਰਗਾ ਹੀ ਹੋ ਜਾਂਦਾ। ਸਤਿਗੁਰ ਸਤਿਗੁਰ ਵਰਗਾ ਹੀ ਹੋ, ਸਤਿਗੁਰ ਸਤਿਗੁਰ